सूझै दूजी ठाहरो। हार परयो तो द्वारी, लेखा छोड़ आलेखै छूटै। हम निर्गुण लेहो उबारी, सद बख्शिंद सदा मेहरबाना। सबना दे आधारी, नानक दास संत पाछै परयो। राख लेहो एह बारी, सुकौ टल गुर सेवि। अहनिस सहज दर्शन परसियै। गुरु के जन्म मरण दुख जाए। होवै सिफत कसामदी, नूर अरसों कुरसों चटियै। तुद डिठे सच्चे पातशाह, मल जन्म जन्म दी कटियै। तुद डिठे सच्चे पातशाह, मल जन्म जन्म दी कटियै। सतनाम श्री वाहिगुरु साहिब जीओ। राग देव गंधारी महला पंजवा। घर तीजा। एक ओंकार सतगुर प्रसाद। मीता ऐसे हर जियो पाए। छोड़ ना जाई सद ही संग, आंदन गुर मिल गाए। रहाओ मिलियो मनोरथ सर्ब सुखैना, त्याग ना कतहूँ जाए। अनेक अनेक भांत बो पेखे, फेर होम ना समसर लाए। मीता ऐसे हर जियो पाए। वाहिगुरु जी का खालसा, वाहिगुरु जी की फतेह। दीन दुनिया दे मालक शब्दावतार ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਸਤ ਸੰਗਤ ਵਿੱਚ ਬੈਠ ਕੇ ਗੁਰਬਾਣੀ ਦੇ ਨਿਤਨੇਮ ਉਸ ਤੋਂ ਉਪਰੰਤ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਲੜੀਵਾਰ ਜੋ ਕਥਾ ਹੈ ਆਪਾਂ ਸਰਵਣ ਕਰ ਰਹੇ ਹਾਂ। ਇਹ ਕਥਾ ਦੀ ਦਾਤ ਜੋ ਸਾਨੂੰ ਮਿਲ ਰਹੀ ਹੈ, ਇਹ ਉਹ ਦਾਤ ਹੈ ਜਿਹੜੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਆਨੰਦਪੁਰ ਸਾਹਿਬ ਤੋਂ ਚੱਲ ਕੇ ਜਦੋਂ ਦਮਦਮਾ ਸਾਹਿਬ ਮਹਾਰਾਜ ਪਹੁੰਚੇ ਸਨ, ਦਮਦਮਾ ਸਾਹਿਬ ਦੀ ਧਰਤੀ 'ਤੇ ਮਹਾਰਾਜ ਜੀਆਂ ਨੇ ਇਸ ਗੁਰਬਾਣੀ ਦੇ ਇਹ ਜੋ ਕਥਾ ਹੈ ਇਹਦੇ ਅਰਥ ਮਹਾਰਾਜ ਜੀਆਂ ਨੇ ਆਪ ਬੈਠ ਕੇ ਕਰਵਾਏ ਸਨ ਅਤੇ ਗੁਰੂ ਕੀ ਸੰਗਤ ਨੇ ਔਰ ਗੁਰੂ ਕੇ ਸਿੱਖਾਂ ਨੇ ਇਸ ਗੁਰਬਾਣੀ ਦੇ ਅਰਥਾਂ ਨੂੰ ਸ਼ਬਦਾਂ ਨੂੰ ਸਰਵਣ ਕੀਤਾ ਸੀ। ਸੋ ਅੱਜ ਵੀ ਆਪਣੀ ਝੋਲੀ ਦੇ ਵਿੱਚ ਇਹ ਦਾਤ ਮਹਾਰਾਜ ਪਾ ਰਹੇ ਨੇ, ਉਸੇ ਗੁਰਬਾਣੀ ਨੂੰ ਅਰਥਾਂ ਦੇ ਸਮੇਤ ਆਪਾਂ ਸਰਵਣ ਕਰ ਰਹੇ ਹਾਂ। ਜਪਜੀ ਸਾਹਿਬ ਤੋਂ ਇਹ ਵਿਚਾਰ ਪ੍ਰਾਰੰਭ ਹੋਈ ਹੈ। ਅੱਜ 533 ਅੰਗ ਦੇ ਉੱਪਰ ਇਹ ਸ਼ਬਦ ਦੀ ਵਿਚਾਰ ਜੋ ਹੈ
ਇੱਕ ਇੱਕ ਸ਼ਬਦ, ਇੱਕ ਇੱਕ ਸ਼ਲੋਕ, ਇੱਕ ਇੱਕ ਪੰਕਤੀ ਆਪਾਂ ਅਰਥਾਂ ਦੇ ਸਮੇਤ ਸਰਵਣ ਕਰ ਰਹੇ ਹਾਂ, ਸੁਣਦੇ ਆ ਰਹੇ ਹਾਂ ਕਿ ਸਤਿਗੁਰੂ ਜੀ ਸਾਨੂੰ ਕਿਵੇਂ ਉਪਦੇਸ਼ ਕਰ ਰਹੇ ਨੇ ਔਰ ਮਨੁੱਖਾ ਜਨਮ ਕਿਵੇਂ ਸਫਲਾ ਹੁੰਦਾ ਹੈ। ਇਹ ਇੱਕ ਬੜੀ ਵੱਡੀ ਦਾਤ ਹੈ ਜਿਹੜੀ ਸਾਡੀ ਝੋਲੀ ਪਈ ਹੋਈ ਹੈ। ਅੰਮ੍ਰਿਤ ਗੁਰਬਾਣੀ ਦੇ ਨਿਰੋਲ ਜਿਹੜੇ ਅਰਥ ਨੇ ਉਹ ਆਪਾਂ ਸਰਵਣ ਕਰਦੇ ਹਾਂ। ਸੋ ਆਓ ਕੁਝ ਸਮੇਂ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸ਼ੁਕਰ ਕਰੀਏ, ਜਿਨ੍ਹਾਂ ਨੇ ਸਾਨੂੰ ਇਸ ਦਾਤ ਦੇ ਨਾਲ ਨਵਾਜਿਆ ਔਰ ਆਪਣੇ ਭਾਗਾਂ ਨੂੰ ਵੱਡੇ ਭਾਗ ਸਮਝੀਏ, ਜਿਨ੍ਹਾਂ ਦੇ ਕਰਕੇ ਅਸੀਂ ਸੰਗਤ ਵਿੱਚ ਬੈਠੇ ਹਾਂ ਔਰ ਇਹ ਅੰਮ੍ਰਿਤ ਬਚਨ ਜਿਹੜੇ ਗੁਰੂ ਪਾਤਸ਼ਾਹ ਦੇ ਮੁਖੋਂ ਨਿਕਲੇ ਸਨ ਅੱਜ ਸਾਡੇ ਕੰਨਾਂ ਵਿੱਚ ਪੈ ਰਹੇ ਨੇ। ਸਤਿਗੁਰੂ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਬਚਨ ਆਪਾਂ ਸਰਵਣ ਕਰਾਂਗੇ। ਸਰੀਰ ਕਰਕੇ ਬੈਠੇ ਹਾਂ ਗੁਰੂ ਘਰ ਦੇ ਵਿੱਚ ਆ ਕੇ, ਜੇ ਮਨ ਕਿਤੇ ਦੌੜਿਆ ਹੋਇਆ ਹੈ ਤੇ ਅਰਦਾਸ ਕਰੋ ਮਹਾਰਾਜ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਸਾਡਾ ਮਨ ਵੀ ਇੱਥੇ ਹਾਜ਼ਰ ਹੋ ਜਾਵੇ, ਤਾਂ ਕਿ ਅਸੀਂ ਗੁਰੂ ਪਾਤਸ਼ਾਹ ਦੇ ਅਗੰਮੀ ਬਚਨ ਸਰਵਣ ਕਰਕੇ ਮਨੁੱਖਾ ਜਨਮ ਸਫਲਾ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜਿਉ ਪਾਏ। ਦੇਵ ਗੰਧਾਰੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀਆਂ ਦਾ ਇਹ ਸ਼ਬਦ ਹੈ। ਘਰ ਤੀਜੇ ਦੇ ਅੰਦਰ ਗਾਉਣ ਦਾ ਹੁਕਮ ਹੈ। ਪਰਮਾਤਮਾ ਇੱਕ ਹੈ, ਗੁਰੂ ਰਹਿਮਤ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਸਾਹਿਬ ਜੀਆਂ ਨੇ ਜਿਹੜਾ ਬਚਨ ਲਿਖਿਆ ਉਹ ਲਿਖਿਆ ਮੀਤਾ। ਮੀਤਾ ਤੋਂ ਭਾਵ ਹੁੰਦਾ ਮਿੱਤਰ। ਆਪਣੀ ਸੰਗਤ ਨੂੰ, ਆਪਣੇ ਸਿੱਖਾਂ ਨੂੰ ਮਹਾਰਾਜ ਨੇ ਮਿੱਤਰ ਸ਼ਬਦ ਦੇ ਨਾਲ ਸੰਬੋਧਨ ਕੀਤਾ, ਸਾਨੂੰ ਆਪਣੇ ਮਿੱਤਰ ਬਣਾਇਆ। ਹੁਣ ਅਸੀਂ ਆਪਣੇ ਅੰਦਰ ਇਹ ਵੇਖੀਏ ਵੀ ਅਸੀਂ ਗੁਰੂ ਅਰਜਨ ਸਾਹਿਬ ਦੇ ਮਿੱਤਰ ਬਣਨ ਦੇ ਯੋਗ ਹਾਂ ਕਿ ਅਸੀਂ ਉਹਨਾਂ ਦੇ ਮਿੱਤਰ ਬਣ ਸਕਦੇ ਹਾਂ। ਜਿਹੜੀ ਇੰਨੀ ਵੱਡੀ ਵਡਿਆਈ ਮਹਾਰਾਜ ਨੇ ਸਾਨੂੰ ਮਿੱਤਰ ਸ਼ਬਦ ਦੇ ਨਾਲ ਸੰਬੋਧਨ ਕੀਤਾ। ਦੁਨੀਆ ਦੇ ਵਿੱਚ ਇੱਕ ਧਰਮ ਦਾ ਇੱਕ ਪੈਗੰਬਰ ਹੋਇਆ ਹੈ, ਉਹਨੇ ਆਖਿਆ ਕਿ ਜਿਹੜੇ ਮੈਨੂੰ ਲੋਕ ਮੰਨਣ ਵਾਲੇ ਨੇ, ਜਿਹੜੇ ਮੇਰੇ ਸੇਵਕ ਨੇ, ਉਹ ਮੇਰੀਆਂ ਭੇਡਾਂ ਹਨ ਤੇ ਮੈਂ ਉਹਨਾਂ ਭੇਡਾਂ ਨੂੰ ਸਾਂਭਣ ਵਾਲਾ ਇੱਕ ਇਆਲੀ ਹਾਂ, ਭੇਡਾਂ ਚਾਰਨ ਵਾਲਾ। ਮੈਂ ਉਹਨਾਂ ਭੇਡਾਂ ਬੱਕਰੀਆਂ ਨੂੰ ਚਾਰਨ ਵਾਲਾ, ਉਹਨਾਂ ਦਾ ਮਾਲਕ, ਤੇ ਮੇਰੇ ਮੰਨਣ ਵਾਲੇ ਮੇਰੇ ਸੇਵਕ ਮੇਰੀਆਂ ਭੇਡਾਂ ਨੇ। ਦੁਨੀਆ ਦਾ ਇੱਕ ਪੈਗੰਬਰ ਇਹ ਗੱਲ ਕਹਿੰਦਾ ਆਪਣੇ ਧਰਮ ਦੇ ਲੋਕਾਂ ਨੂੰ ਵੀ ਤੁਸੀਂ ਮੇਰੀਆਂ ਭੇਡਾਂ ਹੋ, ਮੈਂ ਤੁਹਾਡਾ ਰਖਵਾਲਾ ਹਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਿਹੜਾ ਮਿੱਤਰ ਸ਼ਬਦ ਸਾਡੇ ਵਾਸਤੇ ਵਰਤਿਆ ਨਾ, ਮਹਾਰਾਜ ਨੇ ਕਿੱਡਾ ਵੱਡਾ ਸਾਨੂੰ ਮਾਣ ਦਿੱਤਾ। ਇੱਕ ਪੈਗੰਬਰ ਤੇ ਇਹ ਕਹਿ ਰਿਹਾ ਵੀ ਤੁਸੀਂ ਭੇਡਾਂ ਹੋ, ਇੱਕ ਪੈਗੰਬਰ ਇੱਕ ਅਵਤਾਰ ਪਰਮੇਸ਼ਰ ਦਾ ਇਹ ਗੱਲ ਕਹਿ ਰਿਹਾ ਨਹੀਂ ਤੁਸੀਂ ਮੇਰੇ ਮਿੱਤਰ ਹੋ। ਤਾਂ ਹੀ ਆਖਿਆ ਨਾ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ, ਇਹ ਤਾਂ ਵੱਡੇ ਨੇ, ਇਹਨਾਂ ਦੀ ਸੋਚ ਵੱਡੀ ਹੈ, ਇਹਨਾਂ ਦੀ ਮਿੱਤਰਤਾਈ, ਇਹਨਾਂ ਦਾ ਪਿਆਰ ਵੱਡਾ। ਕਦੇ ਦੁਨੀਆ ਦੇ ਇਤਿਹਾਸ ਵਿੱਚ ਇਹ ਬਚਨ ਪੜ੍ਹਿਆ ਵੀ ਕਿਸੇ ਦੇ ਵਾਸਤੇ ਕਿਸੇ ਪੈਗੰਬਰ ਨੇ ਆਪਣਾ ਆਪ ਕੁਰਬਾਨ ਕੀਤਾ ਹੋਵੇ, ਆਪਣੇ ਪਰਿਵਾਰ ਦਾ ਕੁਰਬਾਨ ਕੀਤਾ ਹੋਵੇ? ਦੁਨੀਆ ਦਾ ਕੋਈ ਵੀ ਪੈਗੰਬਰ ਆਪਣੇ ਲੋਕਾਂ ਦੇ ਵਾਸਤੇ, ਆਪਣੀ ਪ੍ਰਜਾ ਵਾਸਤੇ, ਆਪਣੇ ਸੇਵਕਾਂ ਦੇ ਵਾਸਤੇ ਕਿਸੇ ਪੈਗੰਬਰ ਨੇ ਕੋਈ ਪਰਿਵਾਰ ਨਹੀਂ ਵਾਰਿਆ। ਕਿੰਨੇ ਅਵਤਾਰ ਹੋਏ ਨੇ, ਕਿੰਨੇ ਰਹਿਬਰ ਹੋਏ ਨੇ, ਕਿੰਨੇ ਸਿੱਧ ਹੋਏ ਨੇ, ਕਿੰਨੇ ਰਿਸ਼ੀ ਮੁਨੀ ਹੋਏ ਨੇ। ਵੱਧ ਤੋਂ ਵੱਧ ਇੱਥੋਂ ਤੱਕ ਗੱਲ ਨਿਭ ਜਾਂਦੀ ਹੈ ਵੀ ਕਿਸੇ ਪੈਗੰਬਰ ਦੀ ਰਾਜੇ ਨਾਲ ਵੈਰ ਪੈ ਗਿਆ ਤੇ ਹੋ ਸਕਦਾ ਉਹਨੂੰ ਮਾਰ ਦਿੱਤਾ ਗਿਆ ਹੋਵੇ, ਪਰ ਪਰਿਵਾਰ ਕਰਕੇ ਕਿੰਨੇ ਕੁਰਬਾਨੀ ਕੀਤੀ ਹੈ? ਕੇਵਲ 10ਵੇਂ ਪਾਤਸ਼ਾਹ ਨੇ, ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ। ਤੇ ਉਹੀ ਗੁਰੂ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਮੀਤਾ ਐ ਮਿੱਤਰਾ ਐਸੇ ਹਰ ਜੀਉ ਪਾਏ। ਰੱਬ ਨੂੰ ਪਾਉਣਾ ਹੈ ਤੇ ਉਹ ਅਸੀਂ ਤੁਹਾਨੂੰ ਤਰੀਕਾ ਦੱਸਦੇ ਹਾਂ ਵੀ ਰੱਬ ਨੂੰ ਕਿਵੇਂ ਪਾਈਦਾ ਹੈ, ਪਰਮੇਸ਼ਰ ਨੂੰ ਕਿਵੇਂ ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਿਵੇਂ ਪਾਈਦਾ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਮੈਂ ਇਸ ਤਰੀਕੇ ਦੇ ਨਾਲ ਉਸ ਪਰਮੇਸ਼ਰ ਨੂੰ ਪਾਇਆ ਹੈ। ਇਹ ਬਚਨ ਮਹਾਰਾਜ ਨੇ ਲਿਖੇ ਹਨ। ਛੋੜ ਨਾ ਜਾਏ ਸਾਧੀ ਸੰਗੈ
ਅੰਦਨ ਗੁਰ ਮਿਲ ਗਾਏ। ਕਹਿਣ ਲੱਗੇ ਹੁਣ ਛੋੜ ਨਾ ਜਾਈ। ਪਰਮਾਤਮਾ ਨੂੰ ਪਾਉਣਾ ਇੱਕ ਵਾਰੀ ਹੈ, ਪਰ ਹੁਣ ਪਰਮਾਤਮਾ ਮੈਨੂੰ ਛੱਡ ਕੇ ਨਹੀਂ ਜਾਂਦਾ, ਛੱਡ ਕੇ ਨਹੀਂ ਜਾਂਦਾ ਆਪਣੇ ਸੇਵਕ ਨੂੰ। ਪਾਛੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਮਾਂ ਬੱਚੇ ਦੇ ਮਗਰ ਦੌੜੀ ਫਿਰਦੀ ਹੈ ਨਾ, ਹੁਣ ਪਰਮਾਤਮਾ ਉਸੇ ਤਰ੍ਹਾਂ ਮੇਰੇ ਮਗਰ ਦੌੜਿਆ ਫਿਰਦਾ, ਮੈਨੂੰ ਵਾਰ-ਵਾਰ ਆਵਾਜ਼ਾਂ ਦੇ ਦੇ ਕੇ ਬੁਲਾਉਂਦਾ ਹੈ। ਇਹ ਹੈ ਜਿਨ੍ਹਾਂ ਦਾ ਪਿਆਰ ਬਣ ਗਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਛੋੜ ਨਾ ਜਾਈ, ਉਹਨੂੰ ਛੱਡ ਕੇ ਨਹੀਂ ਜਾਂਦਾ। ਇਹ ਨਹੀਂ ਕਹਿੰਦਾ ਵੀ ਦੁਨੀਆ ਦੇ ਦੁੱਖ ਵਿੱਚ ਤੂੰ ਫਸ ਗਿਆ ਤੇ ਜਾ ਫਸਿਆ ਰਹੋ, ਮੈਂ ਤੇ ਚੱਲਿਆ। ਦੁਨੀਆ ਦੇ ਵਿੱਚ ਇੱਕ ਵਾਰੀ ਮਿੱਤਰ ਵੀ ਇਹ ਗੱਲ ਕਹਿ ਦਿੰਦਾ ਹੈ ਵੀ ਤੈਨੂੰ ਬੜਾ ਸਮਝਾਇਆ ਪਰ ਤੂੰ ਹੁਣ ਫਸ ਗਿਆ, ਹੁਣ ਮੈਂ ਤੇਰੀ ਮਦਦ ਨਹੀਂ ਕਰ ਸਕਦਾ, ਜਾ ਤੂੰ ਆਪਣੀ ਮਰਜ਼ੀ ਕਰ। ਦੁਨੀਆ ਦੇ ਵਿੱਚ ਇੱਕ ਵੇਲੇ ਸਮਾਂ ਇਹੋ ਜਿਹਾ ਆ ਸਕਦਾ, ਮਾਂ ਬਾਪ ਭੈਣਾਂ ਭਰਾ ਵੀ ਕਹਿ ਸਕਦੇ ਵੀ ਹੁਣ ਤੂੰ ਮੁਸੀਬਤ ਵਿੱਚ ਫਸਿਆ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਤੇ ਤੂੰ ਮੈਨੂੰ ਛੱਡ ਕੇ ਪਰੇ ਹੋ ਜਾ। ਦੁਨੀਆ ਦੁਖੀ ਹੋ ਕੇ ਇਹ ਗੱਲ ਕਹਿ ਦਿੰਦੀ ਹੈ ਕਿ ਤੂੰ ਇਹ ਸਮਝ ਲਾ ਵੀ ਮੈਂ ਤੇਰੇ ਵੱਲੋਂ ਗੁਜ਼ਰ ਗਿਆ, ਮਰ ਗਿਆ, ਤੂੰ ਮੇਰੇ ਵੱਲੋਂ ਗੁਜ਼ਰ ਗਿਆ, ਖਤਮ ਹੋ ਗਿਆ, ਪਰ ਮੈਂ ਤੇਰੀ ਮਦਦ ਨਹੀਂ ਹੋ ਕਰ ਸਕਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਛੋੜ ਨਾ ਜਾਈ। ਪਰਮਾਤਮਾ ਕਦੇ ਨਹੀਂ ਕਹਿੰਦਾ ਵੀ ਮੈਂ ਤੈਨੂੰ ਛੱਡ ਕੇ ਚੱਲਿਆ। ਸਦ ਹੀ ਸੰਗੇ ਹਰ ਵੇਲੇ ਅੰਗ ਸੰਗ ਹੈ, ਹਰ ਵੇਲੇ ਨਾਲ ਹੈ। ਤੇ ਪਾਤਸ਼ਾਹ ਕਹਿਣ ਲੱਗੇ ਐਸੇ ਪਰਮਾਤਮਾ ਦੇ ਜਿਹੜੇ ਗੁਣ ਨੇ ਨਾ, ਅਣਦਿਨ ਗੁਰ ਮਿਲ ਗਾਏ। ਗੁਰੂ ਦੇ ਨਾਲ ਮਿਲ ਕੇ ਫਿਰ ਕਿਉਂ ਨਾ ਮੈਂ ਉਹਦੇ ਗੁਣਾਂ ਨੂੰ ਦਿਨੇ ਰਾਤ ਗਾਵਾਂ। ਜਿਹੜਾ ਮੈਨੂੰ ਨਹੀਂ ਦਿਨੇ ਰਾਤ ਛੱਡ ਕੇ ਜਾਂਦਾ, ਕਿਸੇ ਮੁਸੀਬਤ ਦੇ ਵਿੱਚ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ, ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ। ਨਾ ਭਾਈ ਜਿਹੜਾ ਮੈਨੂੰ ਕਿਸੇ ਦੁੱਖ ਨੂੰ ਲੱਗਣ ਹੀ ਨਹੀਂ ਦਿੰਦਾ, ਪਹਿਲਾਂ ਆਪ ਅੱਗੇ ਖੜ ਜਾਂਦਾ ਹੈ, ਫਿਰ ਉਸ ਪਰਮਾਤਮਾ ਦੇ ਨਾਮ ਨੂੰ ਮੈਂ ਜਪਣਾ ਕਿਵੇਂ ਛੱਡਾਂ। ਤੇ ਨਾਮ ਮੈਂ ਤਾਂ ਜਪਿਆ ਵੀ ਗੁਰਮਿਲੇ ਅਣ ਦਿਨ ਗਾਏ। ਗੁਰੂ ਦੇ ਨਾਲ ਮਿਲ ਕੇ ਅਣ ਦਿਨ ਦਿਨੇ ਰਾਤ ਮੈਂ ਉਹਦੇ ਗੁਣਾਂ ਨੂੰ ਗਾਉਂਦਾ ਪਿਆ, ਦਿਨੇ ਰਾਤ ਉਹਦੇ ਨਾਮ ਨੂੰ ਤਾਂ ਜਪਦਾ ਹਾਂ ਕਿ ਉਹ ਪਰਮਾਤਮਾ ਮੈਨੂੰ ਛੱਡ ਕੇ ਕਿਤੇ ਜਾਂਦਾ ਨਹੀਂ ਹੈ। ਉਹ ਮੇਰੇ ਹਰ ਵੇਲੇ ਨਾਲ ਹੈ, ਹਰ ਵੇਲੇ ਮੇਰੇ ਸਿਰ ਤੇ ਉੱਪਰ ਖਲੋਤਾ ਹੋਇਆ ਹੈ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ ਐਸੀ ਉਹ ਬਖਸ਼ਿਸ਼ ਕਰਦਾ ਹੈ। ਹਰ ਵੇਲੇ ਸਿਰ ਦੇ ਉੱਪਰ ਮਿਹਰ ਦਾ ਹੱਥ ਰੱਖ ਕੇ ਖਲੋਤਾ ਹੋਇਆ ਹੈ। ਰਹਾਉ ਮਿਲਿਓ ਮਨੋਹਰ ਸਰਬ ਸੁਖੈਨਾ, ਤਿਆਗ ਨਾ ਕਤਹੁ ਜਾਏ। ਪਾਤਸ਼ਾਹ ਕਹਿਣ ਲੱਗੇ ਉਹ ਸਰਬ ਸੁਖੈਨਾ ਹੈ, ਸਾਰਿਆਂ ਸੁੱਖਾਂ ਨੂੰ ਦੇਣ ਵਾਲਾ। ਕੋਈ ਇਹੋ ਜਿਹਾ ਸੁੱਖ ਨਹੀਂ ਸੰਸਾਰ ਦੇ ਵਿੱਚ ਵੀ ਜਿਹੜਾ ਵਿਅਕਤੀ ਮੰਗੇ ਤੇ ਰੱਬ ਆਖੇ ਵੀ ਆਹ ਮੇਰੇ ਕੋਲ ਹੈ ਨਹੀਂ, ਤੂੰ ਇਹਦੇ ਨਾਲ ਦਾ ਦੂਜਾ ਲੈ ਲਾ। ਇਸ ਤਰ੍ਹਾਂ ਨਹੀਂ ਹੈ। ਦੁਨੀਆ ਦੇ ਵਿੱਚ ਵੱਡੇ ਤੋਂ ਵੱਡੇ ਬਾਜ਼ਾਰ ਵਿੱਚ ਵੀ ਜਾਵਾਂਗੇ ਨਾ, ਤਾਂ ਬਾਜ਼ਾਰ ਦਾ ਮਾਲਕ ਇਹ ਗੱਲ ਕਹਿ ਦਿੰਦਾ ਵੀ ਆਹ ਵਸਤੂ ਤੇ ਨਹੀਂ, ਪਰ ਇਹਦੇ ਨਾਲ ਦੀ ਮੇਰੇ ਕੋਲ ਹੈ। ਪਰਮਾਤਮਾ ਕਦੇ ਨਹੀਂ ਕਹਿੰਦਾ ਵੀ ਸਿੱਖਾ ਮੇਰੇ ਕੋਲ ਆਹ ਸੁੱਖ ਨਹੀਂ ਹੈਗਾ, ਤੂੰ ਇਹ ਛੱਡ ਕੇ ਆ ਦੂਜਾ ਮੇਰੇ ਕੋਲੋਂ ਲੈ ਲਾ। ਉਹ ਸਰਬ ਸੁਖੈਨਾ ਹੈ, ਸਾਰੇ ਸੁੱਖ ਜਿੰਨੇ ਦੁਨੀਆ ਦੇ ਸੁੱਖ ਨੇ ਉਹਦੇ ਕੋਲ ਨੇ। ਤੇ ਮਿਲਿਓ ਮਨੋਹਰ, ਮਨੋਹਰ ਤੋਂ ਭਾਵ ਹੁੰਦਾ ਮਨ ਨੂੰ ਮੋਹਣ ਵਾਲਾ। ਉਹ ਇੰਨਾ ਸੁੰਦਰ ਹੈ, ਫਿਰ ਸੁੰਦਰ ਵੀ ਹੈ, ਫਿਰ ਸਾਰੇ ਸੁੱਖਾਂ ਨੂੰ ਦੇਣ ਵਾਲਾ ਵੀ ਹੈ। ਤੇ ਮਹਾਰਾਜ ਕਹਿਣ ਲੱਗੇ ਤਿਆਗ ਨਾ ਕਤਹੁ ਜਾਏ। ਤੈਨੂੰ ਕਿਸੇ ਮੁਸੀਬਤ ਵਿੱਚ ਛੱਡ ਕੇ ਫਿਰ ਕਿਤੇ ਜਾਂਦਾ ਵੀ ਨਹੀਂ, ਕਿਸੇ ਸੰਕਟ ਵਿੱਚ ਛੱਡ ਕੇ ਜਾਂਦਾ ਨਹੀਂ, ਹਰ ਵੇਲੇ ਨਾਲ ਰਹਿੰਦਾ। ਹੁਣ ਪਰਮਾਤਮਾ ਦੇ ਕਿੰਨੇ ਗੁਣ ਨੇ। ਇੱਕ ਤੇ ਉਹ ਸਾਰਿਆਂ ਤੋਂ ਸੋਹਣਾ, ਮਨ ਨੂੰ ਮੋਹਣ ਵਾਲਾ। ਦੂਜਾ ਫਿਰ ਸਾਰੇ ਸੁੱਖਾਂ ਨੂੰ ਦੇਣ ਵਾਲਾ। ਤੇ ਤੀਜਾ ਫਿਰ ਉਹ ਮੁਸੀਬਤ ਵਿੱਚ ਛੱਡ ਕੇ ਜਾਂਦਾ ਵੀ ਨਹੀਂ। ਤੇ ਫਿਰ ਉਸ ਪਰਮਾਤਮਾ ਨੂੰ ਛੱਡ ਕੇ ਸਿੱਖ ਨੇ ਕਿਉਂ ਜਾਣਾ ਹੈ। ਤੁਧ ਨੂੰ ਛੋੜ ਪ੍ਰਭ ਜਾਈਐ ਕੈ ਧਰ, ਆਣ ਨਾ ਬੀਆ ਤੇਰੀ ਸਮ ਸਰ। ਤੈਨੂੰ ਛੱਡ ਕੇ ਜਾਈਏ ਤੇ ਜਾਈਏ ਕਿੱਥੇ, ਕਿਉਂਕਿ ਦੂਜਾ ਤੇਰੇ ਵਰਗਾ ਹੈ ਨਹੀਂ ਹੈ। ਅਨਕ ਅਨਕ ਭਾਤ ਬੋ ਪੇਖੈ, ਤੇ ਰੋਮ ਨਾ ਸਮਸਰ ਲਾਏ। ਗੁਰੂ ਪਾਤਸ਼ਾਹ ਕਹਿਣ ਲੱਗੇ ਅਨਕ ਭਾਂਤ, ਜਿਹੜੇ ਅਨੇਕ ਤਰ੍ਹਾਂ ਦੇ ਪਦਾਰਥ ਨੇ ਨਾ ਦੁਨੀਆ ਦੇ ਵਿੱਚ, ਖਾਣ ਵਾਲੇ ਪਦਾਰਥਾਂ ਦੀ ਜੇ ਤੁਲਨਾ ਕਰਾਂਗੇ ਤੇ ਕਹਿੰਦੇ ਰੱਬ ਦੇ ਮੁਕਾਬਲੇ ਖਾਣ ਵਾਲੇ ਪਦਾਰਥ ਤੇ ਹੈ ਹੀ ਨਹੀਂ। ਭਾਵੇਂ ਕਿੰਨਾ ਵੀ ਸੋਹਣਾ ਭੋਜਨ ਬਣਿਆ, ਕਿੰਨਾ ਵੀ ਸਵਾਦ ਭੋਜਨ ਕਿਉਂ ਬਣਿਆ ਹੈ, ਪਰ ਜੇ ਆਖੀਏ ਨਾ ਵੀ ਰੱਬ ਦੇ ਬਰਾਬਰ ਪਹੁੰਚ ਗਿਆ, ਰੱਬ ਦੇ ਨਾਮ ਦੇ ਰਸ ਦੇ ਬਰਾਬਰ ਪਹੁੰਚ ਗਿਆ, ਕਹਿਣ ਲੱਗੇ ਨਹੀਂ। ਦੁਨੀਆ ਦਾ ਸਭ ਤੋਂ ਰਸ ਵਾਲਾ ਪਦਾਰਥ, ਸਭ ਤੋਂ ਸਵਾਦ ਪਦਾਰਥ ਵੀ ਪਰਮਾਤਮਾ ਦੇ ਨਾਮ ਦੇ ਸਵਾਦ ਦੇ ਬਰਾਬਰ ਨਹੀਂ ਪਹੁੰਚ ਸਕਦਾ।
ਤੇ ਦੁਨੀਆ ਦੇ ਵਿੱਚ ਲੋਕ ਸੋਹਣੇ ਤੋਂ ਸੋਹਣਾ ਕੱਪੜਾ ਖਰੀਦ ਕੇ ਲਿਆਉਂਦੇ ਨੇ, ਮਹਿੰਗੇ ਤੋਂ ਮਹਿੰਗਾ ਕੱਪੜਾ ਖਰੀਦਦੇ ਬਾਜ਼ਾਰ ਦੇ ਵਿੱਚ, ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ, ਜਿਸ ਨੂੰ ਪਾ ਕੇ ਬੜਾ ਸਕੂਨ ਮਿਲਦਾ, ਬੜਾ ਆਨੰਦ ਆਉਂਦਾ, ਬੜਾ ਚੰਗਾ ਲੱਗਦਾ ਹੈ। ਦੁਨੀਆ ਦੇ ਮਹਿੰਗੇ ਕੱਪੜੇ ਦਾ ਸੁੱਖ ਵੀ ਪਰਮਾਤਮਾ ਦੀ ਪ੍ਰਾਪਤੀ ਦੇ ਬਰਾਬਰ ਨਹੀਂ ਹੈ। ਦੁਨੀਆ ਦੇ ਵਿੱਚ ਲੋਕ ਗਹਿਣਾ ਪਾਉਂਦੇ ਨੇ, ਕੋਈ ਚਾਂਦੀ ਦਾ ਪਾਉਂਦਾ ਹੈ, ਕੋਈ ਸੋਨੇ ਦਾ ਪਾਉਂਦਾ ਹੈ, ਕੋਈ ਹੀਰਿਆਂ ਦਾ ਪਾਉਂਦਾ ਹੈ, ਕੋਈ ਮੋਤੀਆਂ ਦਾ ਪਾਉਂਦਾ। ਦੁਨੀਆ ਦੇ ਗਹਿਣੇ ਹੈਨ ਬੜੇ ਸੋਹਣੇ, ਹੋ ਸਕਦਾ ਬੜੇ ਸੋਹਣੇ ਹੋਣਗੇ, ਪਰ ਪਰਮਾਤਮਾ ਇਹ ਦੁਨੀਆ ਦੇ ਪਦਾਰਥ ਭਾਵੇਂ ਸਾਰੇ ਇੱਕ ਪਾਸੇ ਰੱਖ ਦਈਏ, ਪਰ ਰੋਮ ਨਾ ਸਮਸਰ ਲਾਏ, ਦੁਨੀਆ ਦਾ ਕੋਈ ਪਦਾਰਥ ਤੇਰੇ ਬਰਾਬਰ ਹੈ ਹੀ ਨਹੀਂ, ਤੇ ਤੁਲਨਾ ਕਿਹਦੀ ਦਈਏ। ਨਾ ਸੋਨੇ ਚਾਂਦੀ ਦੇ ਬਣੇ ਗਹਿਣੇ, ਨਾ ਮਹਿੰਗਾ ਬਣਿਆ ਕੱਪੜਾ, ਨਾ ਸਵਾਦਿਸ਼ਟ ਬਣੇ ਹੋਏ ਭੋਜਨ। ਕੋਈ ਦੁਨੀਆ ਵਿੱਚ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜਾ ਆਖੀਏ ਵੀ ਆਹ ਰੱਬ ਦੇ ਬਰਾਬਰ ਹੋ ਸਕਦਾ, ਇਹਦਾ ਸਵਾਦ, ਇਹਦਾ ਆਨੰਦ ਰੱਬ ਦੇ ਨਾਮ ਦੇ ਸਵਾਦ ਦੇ ਬਰਾਬਰ ਹੋ ਸਕਦਾ, ਨਹੀਂ, ਕੋਈ ਹੈ ਹੀ ਨਹੀਂ ਹੈ। ਅਨਕ ਅਨਕ ਭਾਂਤ ਬਹੁ ਪੇਖੇ, ਅਨੇਕ ਤਰ੍ਹਾਂ ਦੇ ਪਦਾਰਥ, ਅਨੇਕ ਤਰ੍ਹਾਂ ਦੇ ਨਾਲ ਖਾ ਕੇ ਵੀ ਵੇਖ ਲੈ, ਗਲ ਵਿੱਚ ਪਾ ਕੇ ਵੀ ਵੇਖ ਲੈ, ਪਰ ਪਰਮਾਤਮਾ ਪ੍ਰੇ ਰੋਮ ਨਾ ਸਮਸਰ ਲਾਏ, ਤੂੰ ਇੰਨਾ ਪਿਆਰਾ ਹੈ ਕਿ ਤੇਰੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਹੋ ਸਕਦੇ। ਦੁਨੀਆ ਦਾ ਪਦਾਰਥ ਤੇਰੇ ਬਰਾਬਰ ਨਹੀਂ ਪਹੁੰਚ ਸਕਦਾ ਹੈ। ਮੰਦਰ ਭਾਗ ਸੋਭ ਦੁਆਰਾ, ਅਨਹਦ ਰੁਣ ਚੁਣ ਲਾਏ। ਪਾਤਸ਼ਾਹ ਕਹਿਣ ਲੱਗੇ ਉਹ ਵਿਅਕਤੀ ਜਿਹੜਾ ਗੁਰਮੁਖ ਨਾਮ ਜਪਣ ਵਾਲਾ, ਉਹ ਭਾਗਾਂ ਦਾ ਮੰਦਰ ਹੈ, ਉਹ ਤੇ ਭਾਗਾਂ ਦਾ ਘਰ ਹੈ। ਸਾਡੇ ਘਰ ਵਿੱਚ ਕਿੰਨੇ ਪਦਾਰਥ ਹੁੰਦੇ ਨੇ, ਘਰ ਵੱਡਾ ਪਰ ਭਰਿਆ ਹੋਇਆ ਨਾ ਸਮਾਨ ਦੇ ਨਾਲ, ਵਸਤੂਆਂ ਦੇ ਨਾਲ। ਪਾਤਸ਼ਾਹ ਕਹਿਣ ਲੱਗੇ ਅਸੀਂ ਇਹ ਨਹੀਂ ਕਹਾਂਗੇ ਵੀ ਇਸ ਬੰਦੇ ਦਾ ਇੱਕ ਭਾਗ ਚੰਗਾ, ਇੱਕ ਕਰਮ ਚੰਗਾ, 2-4 ਇਹਦੇ ਭਾਗ ਚੰਗੇ ਨੇ, ਨਹੀਂ, ਉਹ ਬੰਦਾ ਤੇ ਭਾਗਾਂ ਦਾ ਘਰ ਹੀ ਹੈ, ਵੀ ਉਹਦੇ ਵਿੱਚ ਸਾਰੇ ਚੰਗੇ ਭਾਗ ਉਹਨੂੰ ਮਿਲ ਗਏ ਨੇ, ਚੰਗੀਆਂ ਬਖਸ਼ਿਸ਼ਾਂ ਉਹਦੇ ਕੋਲ ਨੇ। ਤੇ ਪਾਤਸ਼ਾਹ ਕਹਿਣ ਲੱਗੇ ਮੰਦਰ ਭਾਗ ਸ਼ੋਭ ਹਰ ਦੁਆਰੇ, ਪਰਮਾਤਮਾ ਦੇ ਸਤ ਸੰਗਤ ਦਰਵਾਜ਼ੇ ਤੇ ਉਹ ਸ਼ੋਭਾ ਪਾਉਂਦਾ ਹੈ। ਗੁਰਮੁਖ ਅਨਹਦ ਰੁਣ ਝੁਣ ਲਾਏ, ਅਨਹਦ ਜਿਹੜੇ ਵਾਜੇ ਨੇ, ਇੱਕ ਰਾਸ ਉਹਨਾਂ ਦੀ ਰੁਣ ਝੁਣਕਾਰ ਜਿਹੜੀ ਹੈ, ਉਹਨਾਂ ਦਾ ਸੰਗੀਤ ਜਿਹੜਾ, ਉਹਨਾਂ ਦੀ ਧੁਨ ਜਿਹੜੀ ਹੈ, ਉਸ ਗੁਰਮੁਖ ਨੂੰ ਸਰਵਣ ਹੁੰਦੀ ਹੈ। ਕਉ ਨਾਨਕ ਸਦਾ ਰੰਗ ਮਾਣੈ, ਗ੍ਰਹਿ ਪੇ ਬੀਤੇ ਸਥਾਏ। ਬਖਸ਼ਿਸ਼ ਕਰਦੇ ਕਹਿਣ ਲੱਗੇ ਉਹ ਜੀਵ ਰੂਪ ਇਸਤਰੀ ਸਦਾ ਆਨੰਦ ਮਾਣਦੀ ਹੈ, ਸਦਾ ਆਨੰਦਿਤ ਹੁੰਦੀ ਹੈ, ਉਹ ਜੀਵ ਸਦਾ ਵਾਸਤੇ ਆਨੰਦ ਦੇ ਸਮੇਤ ਹੈ। ਮਹਾਰਾਜ ਸਾਹਿਬ ਜੀ ਕਿਹੜਾ ਇਹੋ ਜਿਹਾ ਜੀਵ ਹੈ? ਕਹਿਣ ਲੱਗੇ ਗ੍ਰਹਿ, ਜਿਹਨੇ ਸਰੀਰ ਗ੍ਰਹਿ ਨੂੰ, ਸਰੀਰ ਗ੍ਰਹਿ ਦੇ ਅੰਦਰ ਅੰਤःਕਰਨ ਦੇ ਵਿੱਚ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਟਿਕਾ ਲਿਆ ਹੈ, ਸੋ ਸਾਧ ਥਾਏ, ਜਿਹੜਾ ਸ੍ਰੇਸ਼ਟ ਥਾਂ ਹੈ ਨਾ ਸਰੀਰ ਦੇ ਅੰਦਰ ਅੰਤःਕਰਨ, ਉਹਦੇ ਵਿੱਚ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਟਿਕਾ ਲਿਆ ਹੈ, ਭਾਵ ਕਿ ਆਪਣੇ ਹਿਰਦੇ ਵਿੱਚ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵਸਾ ਲਿਆ ਹੈ। ਪਾਤਸ਼ਾਹ ਕਹਿਣ ਲੱਗੇ ਉਹ ਜੀਵ ਸਦਾ ਵਾਸਤੇ ਰੰਗ ਮਾਣੇ, ਆਨੰਦ ਨੂੰ ਮਾਣਦਾ ਹੈ, ਸਦਾ ਵਾਸਤੇ ਖੁਸ਼ੀਆਂ ਨੂੰ ਮਾਣਦਾ ਹੈ, ਜਿਨੇ ਪਰਮਾਤਮਾ ਨੂੰ ਹਿਰਦੇ ਵਿੱਚ ਟਿਕਾ ਲਿਆ ਹੈ। ਦੇਵ ਗੰਧਾਰੀ ਪੰਜਵਾ, ਦਰਸ਼ਨ ਨਾਮ ਕੋ ਮਨ ਆਛਾ। ਪਰਮਾਤਮਾ ਦਾ ਦਰਸ਼ਨ ਤੇ ਪਰਮਾਤਮਾ ਦਾ ਨਾਮ ਮੇਰੇ ਮਨ ਨੂੰ ਬੜੇ ਅੱਛੇ ਚੰਗੇ ਲੱਗਦੇ ਨੇ, ਇਹ ਅਵਸਥਾ ਬਣ ਜਾਂਦੀ ਹੈ। ਹੁਣ ਤੇ ਅਸੀਂ ਕਈ ਵਾਰੀ ਮੱਥਾ ਟੇਕਣ ਆਉਣਾ ਨਾ, ਦਰਸ਼ਨ ਕਰਨ ਵਾਸਤੇ ਆਉਣਾ, ਤੇ ਪਹਿਲਾਂ ਸਮਾਂ ਵੇਖੀਦਾ ਵੀ ਸਮਾਂ ਹੈ, ਮੈਂ ਅੱਗੇ ਕੰਮ ਜਾਣਾ, ਲੇਟ ਤੇ ਨਹੀਂ ਹੁੰਦਾ, ਕਿਉਂਕਿ ਸਾਡੇ ਮਨ ਨੂੰ ਕੰਮ ਚੰਗਾ ਲੱਗਦਾ ਪਿਆ। ਰੱਬ ਨੂੰ ਅਸੀਂ 2 ਨੰਬਰ ਤੇ ਰੱਖਿਆ ਹੋਇਆ, ਵੀ ਪਹਿਲ ਸਾਡੀ ਕੰਮ ਨੂੰ ਹੈ, ਜੇ ਕੰਮ ਵੱਲੋਂ ਸਮਾਂ ਹੈ ਤੇ ਫਿਰ ਦੂਜਾ ਨੰਬਰ ਰੱਬ ਨੂੰ ਮੱਥਾ ਟੇਕਾਂਗੇ। ਪਰ ਚਾਹੀਦਾ ਇਹ ਸੀ ਵੀ ਪਹਿਲਾ ਨੰਬਰ ਹੁੰਦਾ ਪਰਮਾਤਮਾ ਦਾ, ਵੀ ਭਾਵੇਂ 100 ਘੜਾ ਘਿਓ ਦਾ ਕਿਉਂ ਨਾ ਰੁੜ ਜਾਵੇ, 100 ਘੜਾ ਦੁੱਧ ਦਾ ਰੁੜ ਜਾਵੇ, ਪਰ ਮੈਂ ਪਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ ਪੈਰ ਨਹੀਂ ਪਟਾਂਗਾ। ਅਸੀਂ ਦੁਨੀਆ ਦੇ ਕੰਮ ਨੂੰ 1 ਨੰਬਰ ਤੇ ਰੱਖਿਆ ਹੈ, ਪਰਮਾਤਮਾ ਨੂੰ ਦੂਜਾ ਨੰਬਰ ਦਿੱਤਾ ਹੋਇਆ। ਜੇ ਸਮਾਂ ਮਿਲੇਗਾ ਤੇ ਮੱਥਾ ਟੇਕ ਲਾਂਗੇ, ਸਮਾਂ ਮਿਲੇਗਾ ਤੇ 5 ਮਿੰਟ ਬੈਠਾਂਗੇ। ਇਸੇ ਤਰ੍ਹਾਂ ਹੀ ਆਪਾਂ ਕਰਦੇ ਹਾਂ। ਜਦੋਂ ਗੁਰੂ ਦੇ ਚਰਨ ਪਵਾਉਣੇ ਨੇ, ਗੁਰੂ ਦੀ ਬਾਣੀ ਪੜ੍ਹਨੀ ਹੈ, ਘਰ ਵਿੱਚ ਪਾਠ ਰਖਾਉਣਾ, ਤੇ ਚਾਹੀਦਾ ਤੇ ਇਹ ਸੀ ਨਾ ਵੀ ਮੈਂ ਗੁਰੂ ਵਾਸਤੇ ਦਿਨ ਕੱਢਾਂ, ਵੀ ਗੁਰੂ ਵਾਸਤੇ ਸਮਾਂ ਕੱਢਾਂ, ਪਰ ਨਹੀਂ, ਅਸੀਂ ਉਲਟ ਚੱਲੇ। ਆਪਾਂ ਇਹ ਵੇਖਿਆ ਵੀ ਮੈਂ ਵਿਹਲਾ ਕਿਸ ਦਿਨ ਆ, ਵਿਹਲਾ ਹੋ ਗਿਆ ਮੈਂ ਐਤਵਾਰ ਨੂੰ, ਐਤਵਾਰ ਮੈਨੂੰ ਕੋਈ ਕੰਮ ਨਹੀਂ ਹੈ, ਚਲੋ ਪਾਠ ਕਰਵਾਈਏ।
जिस दिन कोई काम नहीं है, मक्खियां मारनियां ने, उस दिन पाठ करवा लीए, क्योंकि इन्ना सवाला तो इन्ना सौखा समझ लिया। चाहिदा तो ये सी भी गुरु वास्ते टाइम कढ़दा, पर नहीं, गुरु वास्ते टाइम नहीं कढ़िया। पहला वेख्या भी जिहड़ा टाइम मेरा वेला, मैं कुछ नहीं करना, उदों मैं ये कर्म करांगा। तो सतगुरु बख्शिश करदे कहन लगे ये है असीं 2 नंबर ते रखिया परमात्मा नूं। नौकरी चलिया आ, काम चलिया आ, जे टाइम है तो आके मत्था टेक लवां, जे नहीं है तो बाहरों टेक लवां, पर काम पहला जरूरी है। क्यों? क्योंकि काम नूं असीं 1 नंबर ते रखिया। काम चंगा लगदा, रब चंगा नहीं लगदा। पर दूसरे पासे गुरमुखां दी अवस्था की है, गुरमुखां दी सोच की है? वो कहन लगे साडे वास्ते पहला साडे मन नूं अच्छा लगदा गुरु दा दर्शन। गुर का दर्शन देख देख जीवा गुर के चरण धोए धोए। ये शब्द असीं पढ़दे ते हाँ, सुनदे भी हाँ, पर की इन्हां बचनां नूं असीं कमाया? जिन्हां गुरमुखां दी अवस्था बनी है, वो कहंदे मेरे वास्ते गुरु दा दर्शन जरूरी है। मैं पहला गुरु दे दर्शन करांगा, फिर दुनिया दा काम करांगा। ते दूजा बचन महाराज ने आख्या नाम। असी नाम उदों जपदे हां जदों दुनिया दे काम वल्लों विहले होईदा। गुरमुख नाम उदों जपदे ने, पहला नाम जपांगा, फिर मैं दुनिया दा काम करांगा। ते इसे तरह हुंदा ना, गुरमुखां दी अवस्था यह है भी तड़के उठां, तड़के उठ के इशनान करके नाम जपां, क्योंकि पहला काम है नाम जपना, दूजा काम है दुनियादारी का काम करना। असी उल्ट चलते हैं, असी उदों उठे हैं जदों काम ते जाना। काम ते जावांगे, पहला काम नबेड़ांगे, जे उत्थे टाइम लग गया तो झट रब रब करांगे, ना टाइम लग्या फिर शाम नूं आके करांगे, क्योंकि दुनिया का काम पहला, नाम दूजे नंबर ते है। ये गल सच है, दुनिया इस तरह करती है, ये साडे मन की विचार है। साडा मन इस तरह ही करता, मनीए तो भावें ना मनीए। महाराज कहन लगे गुरमुखां की अवस्था यह है भी उन्होंने पहला नाम चंगा लगता, गुरमुखां की अवस्था यह है भी उन्होंने पहला दर्शन चंगा लगता। दर्शन नाम को मन अच्छा है, मैनू चंगा लगता है, गुरमुख की अवस्था बन जाती है। भ्रम आयो है सगल थान रे, आए परयो संत पाशा। सारी दुनिया का चक्कर ला के आ गया। जिहड़ा नहीं ना किते गया, ਉਹਦੇ मन च इच्छा हुंदी है भी पता नहीं वो दूजी थां चंगी होवेगी, दूजी नहीं तो तीजी चंगी होवेगी। पर सतगुरु पातशाह कहन लगे जिहड़े सारी सारी दुनिया का चक्कर ला के आए ना, घूम के आए, छड्डिया ही कोई नहीं दुनिया का कोना, कोई देश कोई शहर वेखणों, उन्होंने भी आके ये गल आखी है, भ्रम आयो है सगल थान रे, है संसार दे लोगों मैं सारी दुनिया का चक्कर ला के आ गया हाँ, पर आहे परयो संत पाछै। फिर मैनू ये समझ आ गई भी संतां दे, साधुआं दे, गुरमुखां दे सत संगत दी शरण पैना ते प्राप्ति तां होनी है। भज के वेख लिया, छालां मार के वेख लईआं, पर समझ होण आई है भी गुरु दी शरण विच पै के प्राप्ति होनी है, भजिया नहीं गल बननी। ना तू आवें वस धरती धाइए, धरती ते दौड़ लाउण दे नाल रब वस विच नहीं आउंदा, रब नूं प्राप्त नहीं किया जा सकता। जे भजिया रब मिलदा होवे ते कई खिडारी खेडण वाले बड़ी भज भज के दौड़ लाउंदे, रब मिलिया नहीं। जे चक्कर लाया रब मिलदा होवे, 10वें पातशाह महाराज कहंदे ते गुरमुखा जिहड़ी इल है ना, इल मास खा के ते उत्ते आकाश ते बड़े चक्कर कटदी है, घूमदी रहिंदी है गोल गोल, ते रब ते इल नूं भी नहीं मिलिया है, घूमण दे नाल नहीं मिलदा, भजण दे नाल नहीं मिलदा। मिलदा उदों है जदों संगत विच आके बैठीदा। आहे परयो संत पाछै, वो साधुआं दी संगत, गुरु दी संगत विचों प्राप्त हुंदा है। रहो किसो सेवे किस आराधे, जो दिष्ट सो गाशे। आज मैं सेवा किहदी करां, किस हों सेवी, मैं किहदी सेवा करां। हों तो भाव हुंदा मैं सेवा किहदी करां, ते किस आराधी मैं आराधना किहदी करां, मैं नाम किहदा जपां। साडे मन विच भी ये सवाल हुंदा भी मैं नाम किहदा जपां। ते दुनिया दे लोकां ने कच्चे नाम रखे हुए ने, कन्न विच फूक मार दिंदे, आ नाम है तू आ जपना।
ਦੁਨੀਆ ਦੇ ਨਾਮ ਵੀ ਕੱਚੇ ਨੇ, ਦੁਨੀਆ ਦੇ ਬੰਦੇ ਵੀ ਕੱਚੇ ਨੇ। ਸਵਾਲ ਇਹ ਹੋ ਗਿਆ ਵੀ ਕਿਸ ਹੋਂ ਸੇਵੀ ਮੈਂ, ਸੇਵਾ ਕਿਸ ਬੰਦੇ ਦੀ ਕਰਾਂ, ਕਿਹਦੀ ਕਰਾਂ, ਮੈਂ ਨਾਮ ਕਿਹਦਾ ਜਪਾਂ। ਕਿਉਂਕਿ ਮਹਾਰਾਜ ਕਹਿਣ ਲੱਗੇ ਪਿਆਰਿਆ, ਜੋ ਦਿਸ਼ਟੈ ਸੋ ਗਾਛੈ, ਜਿਹੜਾ ਦਿਸਦਾ ਪਿਆ ਉਸਨੇ ਗਾਛੇ ਕਹੀਏ ਨਾਸ ਹੋ ਜਾਣਾ। ਜੇ ਅੱਜ ਕਿਸੇ ਬੰਦੇ ਦਾ ਨਾਮ ਲਵੇਂਗਾ ਤੇ ਕੱਲ ਨੂੰ ਉਹਨੇ ਮਰ ਜਾਣਾ। ਜੇ ਅੱਜ ਕਿਸੇ ਬੰਦੇ ਦੀ ਸੇਵਾ ਕਰੇਗਾ ਤੇ ਇਹ ਨਹੀਂ ਪਤਾ ਵੀ ਤੇਰੇ ਨਾਲੋਂ ਪਹਿਲਾਂ ਉਹ ਤੁਰ ਜਾਵੇ ਦੁਨੀਆ ਤੋਂ। ਜੇ ਸੇਵਾ ਕਰਨੀ ਹੈ ਤੇ ਫਿਰ ਉਹਦੀ ਕਰ ਜਿਹੜਾ ਸਦਾ ਵਾਸਤੇ ਸੰਸਾਰ ਵਿੱਚ ਰਹਿਣ ਵਾਲਾ ਹੈ। ਜੇ ਨਾਮ ਜਪਣਾ ਤੇ ਫਿਰ ਉਹਦਾ ਜਪ ਜਿਹੜਾ ਸਦਾ ਵਾਸਤੇ ਦੁਨੀਆ ਤੇ ਰਹਿਣ ਵਾਲਾ ਹੈ। ਦੁਨੀਆ ਦੇ ਬੰਦਿਆਂ ਦੀ ਸੇਵਾ ਜਿਹੜੀ ਉਹ ਚਾਪਲੂਸੀ ਕਹਾਉਂਦੀ ਹੈ। ਦੁਨੀਆ ਦੇ ਬੰਦਿਆਂ ਦਾ ਜਪਿਆ ਹੋਇਆ ਨਾਮ ਮੁਸੀਬਤ ਦੇ ਟਾਈਮ ਛੱਡ ਜਾਣ ਵਾਲਾ ਹੈ। ਮੈਂ ਕਿਹਦਾ ਨਾਮ ਜਪਾਂ, ਦੁਨੀਆ ਤੇ ਮੁੱਕ ਜਾਣ ਵਾਲੀ ਹੈ। ਸਾਧ ਸੰਗਤ ਕੀ ਸਰਨੀ ਪਰਿਆ, ਚਰਨ ਰੇਨ ਮਨ ਬਾਸ਼ਾ। ਸੰਗਤ ਦੀ ਸ਼ਰਨ ਵਿੱਚ ਪਏ ਨੇ, ਸ਼ਰਨ ਵਿੱਚ ਪੈ ਕੇ ਤੇ ਸਾਧੂਆਂ ਦੇ ਚਰਨਾਂ ਦੀ ਧੂੜੀ ਨੂੰ ਚਾਹੁੰਦੇ ਹਨ। ਜੁਗਤ ਨਾ ਜਾਣਾ ਗੁਣ ਨਹੀਂ ਕੋਈ, ਮਹਾਦੁੱਤਰ ਮੈਂ ਆਸ਼ਾ। ਉਹਨਾਂ ਦੇ ਅੱਗੇ ਬੇਨਤੀ ਕਰ, ਮਹਾਰਾਜ ਨਾ ਮੇਰੇ ਵਿੱਚ ਚੰਗਾ ਕੋਈ ਗੁਣ ਹੈ, ਨਾ ਮੇਰੇ ਕੋਲ ਚੰਗੀ ਕੋਈ ਜੁਗਤੀ ਹੈ, ਕੋਈ ਤਰੀਕਾ ਵੀ ਮੇਰੇ ਕੋਲ ਨਹੀਂ। ਵੱਡੇ ਵੱਡੇ ਕੰਮ ਜੁਗਤੀ ਨਾਲ ਹੋ ਜਾਂਦੇ ਨੇ। ਹਾਥੀ ਕਿੱਡਾ ਵੱਡਾ, ਕਿੰਨਾ ਜ਼ੋਰ ਹੈ, ਪਰ ਜੁਗਤੀ ਵਾਲਿਆਂ ਕੋਲ ਜੁਗਤੀ ਹੈ। ਟੋਏ ਵਿੱਚ ਹਾਥੀ ਨੂੰ ਸੁੱਟ ਹੀ ਲੈਂਦੇ ਨੇ ਤੇ ਆਪਣੇ ਕਹਿਣੇ ਵਿੱਚ ਲਾ ਹੀ ਲੈਂਦੇ। ਸ਼ੇਰ ਕਿੰਨਾ ਖਤਰਨਾਕ ਹੈ, ਕਤਲ ਕਰ ਦਿੰਦਾ, ਖਾ ਜਾਂਦਾ, ਪਰ ਜੁਗਤੀ ਵਾਲਿਆਂ ਕੋਲ ਜੁਗਤ ਹੈ। ਉਹ ਸ਼ੇਰ ਨੂੰ ਵੀ ਪਿੰਜਰੇ ਵਿੱਚ ਪਾ ਲੈਂਦੇ, ਸਰਕਸ ਵਿੱਚ ਨਚਾ ਦਿੰਦੇ ਨੇ। ਪਰ ਮਹਾਰਾਜ ਜੁਗਤ ਨਾ ਜਾਣਾ, ਮੈਂ ਤੈਨੂੰ ਮਿਲਣ ਦੀ ਜੁਗਤੀ ਮੈਨੂੰ ਕੋਈ ਨਹੀਂ ਆਉਂਦੀ। ਜੁਗਤ ਨ ਜਾਣਾ ਗੁਣ ਨਹੀਂ ਕੋਈ, ਨਾ ਮੇਰੇ ਵਿੱਚ ਕੋਈ ਗੁਣ ਹੈ। ਤੇ ਮਹਾਦੁੱਤਰ ਮਾਏ ਆਛੈ, ਇਹ ਜਿਹੜੀ ਮਾਇਆ ਹੈ ਨਾ ਤਰਨੀ ਬੜੀ ਔਖੀ ਹੈ, ਬੜੀ ਕਠਿਨ ਹੈ। ਦੁੱਤਰ ਮਹਾ ਬਿਖਮ ਇਹ ਮਾਏ, ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ। ਇਹ ਮਾਇਆ ਤਰਨੀ, ਇਹਦੇ ਤੋਂ ਮੁਕਤ ਹੋਣਾ ਬੜਾ ਔਖਾ, ਤੁਹਾਡੀ ਕਿਰਪਾ ਬਿਨਾ ਨਹੀਂ ਹੋ ਸਕਦਾ। ਹਾਂ ਆਇਓ ਪਇਓ ਨਾਨਕ ਗੁਰ ਚਰਨੀ, ਤੋ ਉਤਰੀ ਸਗਲ ਦੁਰਾਸ਼ਾ। ਪਾਤਸ਼ਾਹ ਜੀ, ਜਦੋਂ ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਨਾ, ਮੱਥਾ ਟੇਕਿਆ ਨਾ ਤੁਹਾਡੇ ਸਾਹਮਣੇ ਆ ਕੇ, ਤੇ ਮੇਰੀ ਉਤਰੀ ਸਗਲ ਦੁਰਾਛਾ ਹੈ। ਦੁਰਾਛਾ ਤੋਂ ਭਾਵ ਹੁੰਦਾ ਦੁਰ ਆਛਾ, ਮਾੜੀ ਆਛਾ, ਮਾੜੀ ਸੋਚ। ਪਹਿਲਾਂ ਤੇ ਮਨ ਵਿੱਚ ਬੜੇ ਮਾੜੇ ਸੰਕਲਪ ਸਨ, ਮਾੜੀਆਂ ਸੋਚਾਂ ਸਨ। ਹਰ ਵੇਲੇ ਮਾੜਾ ਸੋਚਦਾ, ਕਿਸੇ ਦੇ ਘਰ ਅੱਗੇ ਪਾਣੀ ਡੋਲਦਾ, ਕਿਸੇ ਦੇ ਘਰ ਅੱਗੇ ਦਾਣੇ ਸੁੱਟ ਦਿੰਦਾ, ਕਿਤੇ ਮੈਂ ਕੁਝ ਕਰ ਦਿੰਦਾ। ਸੋਚ ਹੀ ਮਾੜੀ ਸੀ ਨਾ। ਜਾਂਦਿਆਂ ਜਾਂਦਿਆਂ ਚੁਗਲੀ ਲਾ ਕੇ ਪਰੇ ਹੋ ਜਾਂਦਾ, ਜਾਂਦਿਆਂ ਜਾਂਦਿਆਂ ਕਿਸੇ ਦਾ ਕੰਮ ਵਿਗਾੜ ਕੇ ਪਰੇ ਹੋ ਜਾਂਦਾ। ਇਹ ਦੁਰ ਆਸਾ ਸੀ ਮੇਰੇ ਮਨ ਦੀਆਂ, ਮਾੜੀਆਂ ਆਸਾ, ਮਾੜੇ ਕੰਮ। ਪਰ ਜਦੋਂ ਸੰਗਤ ਵਿੱਚ ਆਇਆ, ਗੁਰੂ ਦਾ ਸ਼ਬਦ ਸੁਣਿਆ, ਫਿਰ ਪਤਾ ਲੱਗਿਆ ਜਿਵੇਂ ਦੁਨੀਆ ਨੂੰ ਤੰਗ ਕਰਾਂਗਾ ਤੇ ਪਰਮਾਤਮਾ ਮੇਰੇ ਤੇ ਕਰੋਪ ਹੋਵੇਗਾ। ਇਸ ਕਰਕੇ ਮੇਰੀਆਂ ਇਹ ਦੁਰਾਸਾਂ ਜਿਹੜੀਆਂ ਨੇ, ਮਾੜੇ ਕੰਮ, ਮਾੜੀਆਂ ਸੋਚਾਂ ਮਿਟ ਗਈਆਂ ਹਨ। ਦੇਵ ਗੰਧਾਰੀ ਪੰਜਵਾ ਅੰਮ੍ਰਿਤਾ ਪ੍ਰੈ ਬਚਨ ਤੁਹਾਰੇ। ਗੁਰੂ ਜੀ ਬਖਸ਼ਿਸ਼ ਕਰਦੇ, ਉਹ ਜਿਹੜਾ ਪ੍ਰੇ ਪਤੀ ਹੈ ਨਾ ਪਰਮਾਤਮਾ, ਅੰਮ੍ਰਿਤਾ ਬਚਨ ਤੁਹਾਰੇ, ਉਹਦੇ ਅੱਗੇ ਬੇਨਤੀ ਕਰ ਵੀ ਹੈ ਅਕਾਲ ਪੁਰਖ, ਤੂੰ ਸੰਸਾਰ ਦਾ ਪਤੀ ਹੈ, ਤੇਰੇ ਬਚਨ ਬੜੇ ਮਿੱਠੇ ਨੇ, ਅੰਮ੍ਰਿਤ ਵਰਗੇ ਮਿੱਠੇ ਨੇ, ਇੰਨੇ ਮਿੱਠੇ ਨੇ ਜੀ ਕਰਦਾ ਸੁਣੀ ਜਾਈਏ। ਦੁਨੀਆ ਦੇ ਵਿੱਚ ਇੱਕ ਗੱਲ ਨੂੰ ਦੂਜੀ ਵਾਰੀ ਸੁਣੀਏ ਤੇ ਤੀਜੀ ਵਾਰੀ ਸੁਣੀਏ ਤੇ ਆਖੀਦਾ ਰਹਿਣ ਦੇ, ਮੈਂ ਅੱਗੇ ਸੁਣੀ ਹੋਈ ਹੈ। ਕੋਈ ਕਹਾਣੀ ਸੁਣਾਵੇ, ਇੱਕ ਵਾਰੀ ਸੁਣ ਕੇ ਆਖੀਦਾ ਰਹਿਣ ਦੇ, ਮੈਂ ਸੁਣੀ ਹੋਈ ਹੈ। ਜੇ ਕੋਈ ਬੰਦਾ ਗੱਲ ਸੁਣਾਉਣ ਲੱਗੇ, ਆਖੀਦਾ ਮੈਨੂੰ ਤੇ ਪਹਿਲਾਂ ਪਤਾ, ਤੂੰ ਮੈਨੂੰ ਕੀ ਦੱਸਦਾ ਪਿਆ। ਪਰ ਜਦੋਂ ਮੈਂ ਜਪਜੀ ਸਾਹਿਬ ਦਾ ਪਾਠ ਰੋਜ਼ ਸੁਣਦਾ ਆ ਕੇ, ਕਦੇ ਇਹ ਨਹੀਂ ਆਖਿਆ ਵੀ ਪਹਿਲਾਂ ਸੁਣਿਆ ਤੇ ਰਹਿਣ ਦਿਓ। ਮੈਂ ਕਥਾ ਸੁਣਦਾ ਰੋਜ਼ ਆ ਕੇ, ਕਦੇ ਇਹ ਨਹੀਂ ਕਹਿੰਦਾ ਵੀ ਕਥਾ ਕੱਲ੍ਹ ਵੀ ਸੁਣੀ ਹੈ, ਪਰਸੋਂ ਵੀ ਸੁਣੀ ਹੈ, ਰਹਿਣ ਦੀਏ। ਕਿਉਂਕਿ ਤੇਰੇ ਬਚਨ ਇੰਨੇ ਮਿੱਠੇ ਨੇ, ਜਦੋਂ ਸੁਣਦਾ ਉਹਦੇ ਵਿੱਚੋਂ ਵੱਖਰਾ ਰਸ ਆਉਂਦਾ, ਵੱਖਰਾ ਆਨੰਦ ਆਉਂਦਾ, ਵੱਖਰਾ ਸਵਾਦ ਆਉਂਦਾ। ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਐ ਪਰਮਾਤਮਾ ਤੇਰੇ ਬਚਨ ਅੰਮ੍ਰਿਤ ਵਰਗੇ ਮਿੱਠੇ ਹਨ। ਅਤ ਸੁੰਦਰ ਮਨਮੋਹਨ ਪਿਆਰੇ, ਸਭ ਹੋ ਮਦ ਨਿਰਾਰੇ। ਪਰਮਾਤਮਾ ਜੀ ਤੁਸੀਂ ਅਤ ਸੁੰਦਰ ਹੋ। ਅਤ ਤੋਂ ਭਾਵ ਹੁੰਦਾ ਜਿੱਥੇ ਜਾ ਕੇ ਅੱਗੇ ਸ਼ਬਦ ਖਤਮ ਹੋ ਜਾਣ, ਸੁੰਦਰਤਾਈ ਦੀ ਵਰਣਨ ਕਰਨ ਦੀ ਸ਼ਬਦ ਨਾ ਰਹਿ ਜਾਣ। ਤੁਸੀਂ ਅਤ ਸੁੰਦਰ ਹੋ, ਤੁਹਾਡੇ ਵਰਗਾ ਸੋਹਣਾ ਕੋਈ ਨਹੀਂ ਦੁਨੀਆ ਵਿੱਚ। ਅਤ ਸੁੰਦਰ ਮਨ ਮੋਹਨ ਪਿਆਰੇ, ਤੁਸੀਂ ਮਨ ਨੂੰ ਮੋਹਣ ਵਾਲੇ ਹੋ। ਜਿਹੜਾ ਤੁਹਾਨੂੰ ਵੇਖਦਾ ਉਹ ਤੁਹਾਡਾ ਹੀ ਹੋ ਜਾਂਦਾ, ਉਹਨੂੰ ਤੁਹਾਡੇ ਬਿਨਾ ਫਿਰ ਦੂਜਾ ਦਿਸਦਾ ਹੀ ਕੋਈ ਨਹੀਂ ਹੈ। ਭਗਤਾਂ ਨੇ ਤਾਂ ਹੀ ਆਖਿਆ ਨਾ, ਸਭੈ ਘਟ ਰਾਮ ਬੋਲੇ।
ਤਾਂ ਹੀ ਉਹਨਾਂ ਨੇ ਆਖਿਆ ਨਾ ਵੀ ਘਟ ਘਟ ਮੈਂ ਹਰ ਜੂ ਬਸੈ। ਤੇਰਾ ਦਰਸ਼ਨ ਹੀ ਇਹੋ ਜਿਹਾ ਮੋਹਣ ਵਾਲਾ, ਜਿਹੜਾ ਇੱਕ ਵਾਰੀ ਵੇਖ ਲੈਂਦਾ ਉਹਨੂੰ ਤੇਰੇ ਬਿਨਾ ਦੂਜਾ ਦਿਸਦਾ ਹੀ ਕੋਈ ਨਹੀਂ। ਅਤ ਸੁੰਦਰ ਮਨ ਮੋਹਨ ਪਿਆਰੇ, ਸਭ ਹੂੰ ਮਦ ਨਰਾਰੇ। ਸਾਰਿਆਂ ਦੇ ਵਿੱਚ ਵੀ ਬੈਠਾ ਹੋਇਆ ਤੇ ਸਾਰਿਆਂ ਤੋਂ ਵੱਖਰਾ ਵੀ ਬੈਠਾ ਹੋਇਆ। ਜਿੰਨਾ ਚਿਰ ਸਰੀਰ ਹੈ ਉਹਦੇ ਵਿੱਚ ਬੈਠਾ ਹੋਇਆ, ਸਰੀਰ ਖਤਮ ਹੋ ਗਿਆ ਤੇ ਤੂੰ ਮਰ ਨਹੀਂ ਜਾਂਦਾ, ਤੂੰ ਫਿਰ ਵੀ ਬੈਠਾ ਹੋਇਆ। ਸਰੀਰਾਂ ਦੇ ਵਿੱਚ ਵੀ ਹੈ, ਸਰੀਰਾਂ ਤੋਂ ਬਾਹਰ ਵੀ ਹੈ, ਹਿਰਦਿਆਂ ਦੇ ਵਿੱਚ ਵੀ ਹੈ, ਹਿਰਦਿਆਂ ਤੋਂ ਬਾਹਰ ਵੀ ਹੈ, ਕਣ ਕਣ ਵਿੱਚ ਸਮਾਇਆ ਵੀ ਹੋਇਆ, ਕਣ ਕਣ ਤੋਂ ਬਾਹਰ ਵੀ ਹੈ। ਐਸਾ ਤੇਰਾ ਸਰੂਪ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਪਾਸੇ ਮੈਨੂੰ ਰਾਜ ਭਾਗ ਮਿਲ ਜਾਵੇ, ਤਖਤ ਖਾਲੀ ਹੋਵੇ ਤੇ ਮੈਨੂੰ ਚੁਣਨ ਵਾਸਤੇ ਆਖਿਆ ਜਾਵੇ ਵੀ 10 ਤਖਤ ਦੀ ਲੋੜ ਹੈ ਤੇ ਬਿਠਾ ਦਈਏ। ਇੱਕ ਪਾਸੇ ਇਹ ਗੱਲ ਆਖੀ ਜਾਵੇ ਵੀ ਆਹ ਮੁਕਤੀ ਖਲੋਤੀ ਹੈ, ਜੇ ਮੁਕਤੀ ਚਾਹੀਦੀ ਹੈ ਤੇ ਤੈਨੂੰ ਦੇ ਦਈਏ। ਤੇ ਤੀਜਾ ਬਚਨ ਇਹ ਆਖਿਆ ਜਾਵੇ ਵੀ ਆਹ ਪ੍ਰਮਾਤਮਾ ਦੇ ਚਰਨ ਨੇ, ਦੱਸ ਕਿਹੜੀ ਚੀਜ਼ ਚਾਹੀਦੀ ਹੈ। ਤੇ ਮਹਾਰਾਜ ਕਹਿੰਦੇ ਫਿਰ ਉਸ ਵੇਲੇ ਜਿਹੜਾ ਭਗਤ ਹੁੰਦਾ, ਜਿਹੜਾ ਸਾਧੂ ਹੁੰਦਾ, ਰੱਬ ਨੂੰ ਮੰਨਣ ਵਾਲਾ, ਉਹ ਕਹਿੰਦਾ ਰਾਜ ਨਾ ਚਾਹੂੰ, ਰਾਜ ਨਹੀਂ ਚਾਹੀਦਾ। ਸਵਰਗਾਂ ਦਾ ਰਾਜਾ ਮੈਂ ਇੰਦਰ ਲੱਤਾਂ ਟੁੱਟੀਆਂ ਦੇ ਨਾਲ ਆਪ ਵੇਖਿਆ, ਫਿਰ ਰਾਜ ਦੀ ਮੰਗ ਕਰਦਿਆਂ ਮਹਾਰਾਜ ਰਾਜ ਨਹੀਂ ਚਾਹੀਦਾ ਤੇ ਨਾ ਮੈਨੂੰ ਸੰਸਾਰ ਦੀ ਮੁਕਤੀ ਚਾਹੀਦੀ ਹੈ, ਮੈਨੂੰ ਚਾਹੀਦਾ ਤੁਹਾਡੇ ਚਰਨਾਂ ਦਾ ਪਿਆਰ। ਮਨਪ੍ਰੀਤ ਚਰਨ ਕਮਲਾਰੇ, ਜਿਹੜੇ ਕਮਲ ਵਰਗੇ ਸੁੰਦਰ ਚਰਨ ਨੇ, ਮੈਨੂੰ ਉਹਨਾਂ ਦੀ ਪ੍ਰੀਤੀ ਚਾਹੀਦੀ ਹੈ, ਮੈਨੂੰ ਉਹਨਾਂ ਦਾ ਪਿਆਰ ਚਾਹੀਦਾ। ਮੈਂ ਕਦੇ ਨਾ ਛੱਡਾਂ ਉਹਨਾਂ ਨੂੰ, ਹਰ ਵੇਲੇ ਉਹਨਾਂ ਚਰਨਾਂ ਦੇ ਨਾਲ ਮੈਂ ਜੁੜਿਆ ਰਹਾ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਮੋਹਿ ਠਾਕਰ ਹੀ ਦਰਸਾਰੇ। ਤੇ ਮਹੇਸ਼ ਨਾਮ ਹੈ ਸ਼ਿਵ ਜੀ ਦਾ। ਬ੍ਰਹਮ ਮਹੇਸ਼ ਤੇ ਜਿਹੜੇ 84 ਸਿੱਧ ਨੇ, ਰਿਸ਼ੀ ਮੁਨੀ ਜੰਗਲਾਂ ਵਿੱਚ ਰਹਿਣ ਵਾਲੇ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ। ਤੇ ਪਾਤਸ਼ਾਹ ਕਹਿਣ ਲੱਗੇ ਮੋਹਿ ਠਾਕੁਰ ਹੀ ਦਰਸਾਰੇ। ਇੰਦਰ ਵਰਗੇ ਦੇਵਤੇ ਅਤੇ ਜਿੰਨੀ ਦੁਨੀਆ ਤਮਾਮ ਸੰਸਾਰ ਦੀ ਮਾਇਆ ਹੈ, ਪਰਮਾਤਮਾ ਇਹ ਸਾਰੇ ਮੈਨੂੰ ਦਿਸਦਾ ਵੀ ਤੇਰੇ ਆਸਰੇ ਨੇ। ਨਾ ਬਰਮਾ ਤੇਰੇ ਆਸਰੇ ਬਿਨਾ ਕੁਝ ਕਰ ਸਕਦਾ, ਨਾ ਸ਼ਿਵ ਜੀ ਤੇਰੇ ਆਸਰੇ ਬਿਨਾ ਕੁਝ ਕਰ ਸਕਦਾ, ਨਾ ਰਿਸ਼ੀ ਮੁਨੀ ਤੇਰੇ ਆਸਰੇ ਬਿਨਾ ਕੁਝ ਕਰ ਸਕਦੇ, ਨਾ ਇੰਦਰ ਵਰਗੇ 33 ਕਰੋੜ ਦੇਵਤੇ ਕੁਝ ਕਰ ਸਕਦੇ। ਇਹਨਾਂ ਸਾਰਿਆਂ ਨੂੰ ਤੇਰਾ ਆਸਰਾ। ਮੈਂ ਤਾਂ ਨਹੀਂ ਰਾਜ ਮੰਗਿਆ ਵੀ ਰਾਜ ਮੰਗ ਕੇ ਇੰਦਰ ਕੋਲ ਰਾਜ ਹੈ ਤੇ ਆਸਰਾ ਤੇ ਉਹਨੂੰ ਵੀ ਤੇਰਾ ਹੀ ਹੈ। ਮੁਕਤੀ ਮੈਂ ਤਾਂ ਨਹੀਂ ਮੰਨੀ ਵੀ ਰਿਸ਼ੀ ਮੁਨੀ ਵੀ ਮੁਕਤ ਨੇ, ਪਰ ਆਸਰਾ ਤੇ ਉਹਨਾਂ ਨੂੰ ਵੀ ਤੇਰਾ ਹੀ ਹੈ। ਤੇ ਜਿਨ੍ਹਾਂ ਨੂੰ ਤੇਰਾ ਆਸਰਾ, ਫਿਰ ਮੈਂ ਤੇਰਾ ਆਸਰਾ ਹੀ ਕਿਉਂ ਨਾ ਮੰਗ ਲਵਾਂ। ਮੈਨੂੰ ਦੁਨੀਆ ਦੇ ਪਦਾਰਥ ਨਹੀਂ ਚਾਹੀਦੇ ਹਨ। ਦੀਨ ਦੁਆਰੇ ਆਇਓ ਠਾਕੁਰ, ਸਰਨ ਪਰਿਓ ਸੰਤ ਹਾਰੇ। ਦੀਨ ਹੋ ਕੇ, ਗਰੀਬ ਹੋ ਕੇ ਤੇਰੇ ਦਰਵਾਜ਼ੇ ਤੇ ਆ ਕੇ ਪਿਆ ਹਾਂ। ਸਰਨ ਪਰਿਓ ਸੰਤ ਹਾਰੇ, ਮੈਂ ਹਾਰ ਕੇ ਸੰਸਾਰ ਵੱਲੋਂ ਜਿਹੜੇ ਤੇਰੇ ਸੰਤ ਨੇ ਉਹਨਾਂ ਦੇ ਚਰਨਾਂ ਦੇ ਉੱਪਰ ਆ ਕੇ ਪੈ ਗਿਆ ਹਾਂ। ਕਹੋ ਨਾਨਕ ਪ੍ਰਭ ਮਿਲੇ ਮਨੋਹਰ, ਮਨ ਸੀਤਲ ਬਿਗਸਾਰੇ। ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੂੰ ਮਨ ਨੂੰ ਮੋਹਣ ਵਾਲਾ ਸੁੰਦਰ ਪਰਮਾਤਮਾ ਮਿਲ ਜਾਂਦਾ, ਉਹਨਾਂ ਦਾ ਮਨ ਹੋ ਜਾਂਦਾ ਸੀਤਲ, ਮਨ ਹੋ ਜਾਂਦਾ ਸ਼ਾਂਤ, ਮਨ ਹੋ ਜਾਂਦਾ ਠੰਡਾ। ਮਨ ਇੰਨਾ ਟਿਕ ਜਾਂਦਾ ਤੇ ਬਿਗਸਾਰੇ ਕਹੀਏ ਖਿੜ ਜਾਂਦਾ, ਮਨ ਖਿੜ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ। ਦੇਵ ਗੰਡਾਰੀ ਮਹੱਲਾ ਪੰਜਵਾ, ਹਰ ਜਪ ਸੇਵਕ ਪਾਰ ਉਤਾਰਿਓ। ਜਾਂਦੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੇ ਜਪਿਆ ਨਾ ਸੇਵਕ ਬਣ ਕੇ, ਉਹਨਾਂ ਨੂੰ ਪਰਮਾਤਮਾ ਪਾਰ ਕਰ ਦਿੰਦਾ ਹੈ। ਦੀਨ ਦਿਆਲ ਭਏ ਪ੍ਰਭ ਆਪਣੇ, ਬਹੁੜ ਜਨਮ ਨਹੀਂ ਮਾਰਿਓ। ਇਹਨਾਂ ਦੀਨਾਂ ਦੇ ਉੱਪਰ ਦਿਆਲੂ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਜਿਹੜੇ ਆਪਣਾ ਬਣਾ ਲੈਂਦੇ ਨੇ। ਬਹੁੜ ਜਨਮ ਨਹੀਂ ਮਾਰਿਓ, ਨਾ ਉਹਨਾਂ ਨੂੰ ਜਨਮ ਦੇ ਵਿੱਚ ਲਿਆਉਂਦਾ ਤੇ ਨਾ ਉਹਨਾਂ ਨੂੰ ਫਿਰ ਮਾਰ ਕੇ ਲੈ ਕੇ ਜਾਂਦਾ ਹੈ। ਭਾਵ ਇਹ ਹੈ ਵੀ ਉਹ ਜੰਮਣ ਮਰਨ ਤੋਂ ਮੁਕਤ ਕਰ ਦਿੰਦਾ ਹੈ। ਰਾਓ ਸਾਧ ਸੰਗਮ ਗੁਣ ਗਾਵੇ ਹਾਰ ਕੇ, ਰਤਨ ਜਨਮ ਨਹੀਂ ਹਾਰਿਓ। ਸੰਗਤ ਵਿੱਚ ਮਿਲ ਕੇ ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਦੇ ਜਨਮ, ਹਰੀ ਹਰ ਪਰਮੇਸ਼ਰ ਦੇ ਗੁਣ ਗਾਏ ਨੇ, ਉਹਨਾਂ ਨੇ ਰਤਨਾ ਵਰਗੇ ਇਸ ਮਨੁੱਖਾ ਜਨਮ ਨੂੰ ਹਾਰਿਆ ਨਹੀਂ ਹੈ। ਪ੍ਰਭ ਗੁਣ ਗਾਏ ਬਿਖੈ ਬਨ ਤਰਿਆ, ਕੁਲੇ ਸਮੂਹ ਉਧਾਰਿਓ। ਪਰਮੇਸ਼ਰ ਦੇ ਗੁਣ ਗਾਏ ਨੇ ਗੁਰਮੁਖੋ, ਉਹਨਾਂ ਨੇ ਜਿਹੜਾ ਸੰਸਾਰ ਹੈ ਨਾ ਵਕਾਰਾਂ ਦਾ ਭਰਿਆ ਹੋਇਆ, ਇਹੋ ਸੰਸਾਰ ਵਿਕਾਰ ਸੰਸੇ ਮੈਂ। ਇਹ ਜਿਹੜਾ ਸੰਸਾਰ ਹੈ ਵਕਾਰਾਂ ਦਾ ਭਰਿਆ ਹੋਇਆ, ਇਹ ਸੰਸਾਰ ਨੂੰ ਉਹਨਾਂ ਗੁਰਮੁਖਾਂ ਨੇ ਤਰ ਲਿਆ ਹੈ।
ਕੱਲੇ ਆਪ ਨਹੀਂ ਤਰੇ, ਕੁੱਲੇ ਸਮੂਹ ਉਤਾਰਿਓ। ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਲਿਆ। ਆਪਣੀਆਂ ਕਈ ਪੀੜ੍ਹੀਆਂ ਦਾ ਉਹਨਾਂ ਗੁਰਮੁਖਾਂ ਨੇ ਨਾਮ ਜਪ ਕੇ ਉਹਨਾਂ ਕੁੱਲਾਂ ਨੂੰ ਸਫਲੇ ਕਰ ਲਿਆ ਹੈ। ਚਰਨ ਕਮਲ ਬਸਿਆ ਰਿਦ ਭੀਤਰ, ਸਾਸ ਗਰਾਸ ਉਚਾਰਿਓ। ਕਮਲਾਂ ਵਰਗੇ ਸੁੰਦਰ ਚਰਨ ਜਿਨ੍ਹਾਂ ਦੇ ਮਨ ਵਿੱਚ ਵਸੇ ਨੇ, ਉਹਨਾਂ ਗੁਰਮੁਖਾਂ ਨੇ ਸਵਾਸ ਉਹਦੇ ਨਾਮ ਨੂੰ ਜਪਿਆ। ਗਰਾਸ ਭੋਜਨ ਖਾਂਦਿਆਂ ਵੀ ਉਹਦੇ ਨਾਮ ਨੂੰ ਜਪਿਆ ਹੈ। ਨਾਨਕ ਓਟ ਗਹੀ ਜਗਦੀਸ਼ਰ, ਪੁਨੇ ਬਲਿਹਾਰਿਓ। ਓਟ ਲਈ ਹੈ ਪਰਮਾਤਮਾ ਦੀ, ਉਹਨਾਂ ਤੇ ਵਾਰ ਬਲਿਹਾਰ ਜਾਈਏ, ਕੁਰਬਾਨ ਜਾਈਏ। ਜਾਂ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਚਰਨਾਂ ਤੋਂ ਵਾਰ ਬਲਿਹਾਰ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ। ਸਾਹਿਬ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਜਦੋਂ ਜੰਗ ਦੇ ਵਿੱਚ ਸਿੰਘਾਂ ਦੇ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਸਤਿਗੁਰੂ ਪਾਤਸ਼ਾਹ ਜੀ ਨੰਗੇ ਚਰਣੀ ਚਮਕੌਰ ਤੋਂ ਹੁੰਦੇ ਹੋਏ ਮਾਛੀਵਾੜੇ ਤੋਂ ਹੁੰਦਿਆਂ ਹੋਇਆਂ ਗੁਲਾਬੇ ਪੰਜਾਬੇ ਦੇ ਘਰ ਪਹੁੰਚੇ। ਇੱਧਰ ਬੀਬੀ ਹਰਸ਼ਰਨ ਕੌਰ ਨੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਸਾਹਿਬ ਜੀਓ, ਮੈਂ ਇਹਨਾਂ ਪਵਿੱਤਰ ਸ਼ਹੀਦ ਸਿੰਘਾਂ ਦੇ ਸਰੀਰ ਦਾ ਸੰਸਕਾਰ ਕਰਨਾ ਹੈ, ਮੈਨੂੰ ਸਮਰੱਥਾ ਤੇ ਬਲ ਬਖਸ਼ਿਸ਼ ਕਰੋ ਅਤੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੇਰੇ ਕੋਲੋਂ ਸੇਵਾਵਾਂ ਲਓ। ਇਹ ਅਰਦਾਸ ਕਰਕੇ ਫਿਰ ਚਿਖਾ ਤਿਆਰ ਕੀਤੀ, ਲੱਕੜਾਂ ਨੂੰ ਇਕੱਠਿਆਂ ਕੀਤਾ ਤੇ ਲੱਭ ਕੇ ਸ਼ਹੀਦਾਂ ਦੇ ਸਰੀਰ ਜਿਹੜੇ ਸਨ, ਕਿਉਂਕਿ ਇਹ ਜੰਗ ਕਈ ਮੀਲਾਂ ਦੇ ਵਿੱਚ ਇਹ ਜਿਹੜੀਆਂ ਸਰੀਰ ਸਨ ਸ਼ਹੀਦ ਸਿੰਘਾਂ ਦੇ ਉਹ ਖਿਲਰੇ ਪਏ ਸਨ। ਮੁਗਲਾਂ ਦੇ ਸਰੀਰ ਵੀ ਡਿੱਗੇ ਪਏ ਸਨ। ਚੁਣ ਕੇ ਸਰੀਰ ਚਿਖਾ ਦੇ ਉੱਪਰ ਰੱਖ ਕੇ ਸੰਸਕਾਰ ਕੀਤਾ ਤੇ ਜਦੋਂ ਮੁਗਲਾਂ ਨੂੰ ਪਤਾ ਲੱਗਾ ਵੀ ਐਸ ਬੀਬੀ ਨੇ ਸੰਸਕਾਰ ਕੀਤਾ ਤੇ ਉਹਨਾਂ ਨੇ ਫਿਰ ਬੀਬੀ ਹਰਚਰਨ ਕੌਰ ਨੂੰ ਵੀ ਸ਼ਹੀਦ ਕਰ ਦਿੱਤਾ। ਉਹ ਵੀ ਸ਼ਹੀਦੀ ਪਾ ਗਏ। ਉਹਨਾਂ ਮਹਾਨ ਮਹਾਂਪੁਰਖਾਂ ਸ਼ਹੀਦਾਂ ਦੀ ਸੇਵਾ ਕਰਦਿਆਂ, ਉਹਨਾਂ ਦੇ ਸ਼ਰੀਰਾਂ ਨੂੰ ਸਾਂਭਦਿਆਂ ਹੋਇਆਂ, ਅਗਨ ਭੇਟ ਕਰਦਿਆਂ ਹੋਇਆਂ ਬੀਬੀ ਹਰਸ਼ਰਨ ਕੌਰ ਵੀ ਸ਼ਹੀਦੀ ਪ੍ਰਾਪਤ ਕਰ ਗਏ। ਇੱਧਰੋਂ ਜਾਨੀ ਖਾਂ ਮਾਨੀ ਖਾਂ ਜਿਹੜੇ ਥਾਣੇਦਾਰ ਸਨ ਮਰਿੰਡੇ ਦੇ, ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀਆਂ ਨੂੰ ਸਰਹੰਦ ਵਿੱਚ ਪਹੁੰਚਾਇਆ, ਠੰਡੇ ਬੁਰਜ ਵਿੱਚ ਰੱਖਿਆ ਗਿਆ। ਅਗਲੇ ਦਿਨ ਦੀ ਕਚਹਿਰੀ ਲੱਗੀ ਹੈ ਤੇ ਉਸ ਵੇਲੇ ਫਿਰ ਇਹਨਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ। ਕਈ ਤਰ੍ਹਾਂ ਦੇ ਸਵਾਲ ਤੇ ਜਵਾਬ ਹੋਏ, ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ। ਲਾਲਚ ਕੀ ਸਨ? ਖਾਣ ਵਾਲੀਆਂ ਵਸਤੂਆਂ ਦੇ। ਲਾਲਚ ਕੀ ਸਨ? ਪਾਉਣ ਵਾਲੀਆਂ ਵਸਤੂਆਂ ਦੇ। ਲਾਲਚ ਦਿੱਤੇ ਗਏ ਵੀ ਲਾਲਚ ਦੇ ਨਾਲ ਡੋਲ ਜਾਣਗੇ, ਕਿਉਂਕਿ ਬੱਚੇ ਨੂੰ ਖਾਣ ਵਾਲੀ ਚੀਜ਼ ਪਿਆਰੀ ਹੈ, ਵੇਖਣ ਵਾਲੇ ਖਿਡੌਣੇ ਪਿਆਰੇ ਨੇ। ਇਹੋ ਜਿਹੀਆਂ ਵਸਤੂਆਂ ਦਿੱਤੀਆਂ ਗਈਆਂ। ਡਰ ਵੀ ਦਿੱਤਾ ਗਿਆ। ਇਹ ਵੀ ਗੱਲ ਆਖੀ ਗਈ ਵੀ ਚਮਕੌਰ ਦੀ ਜੰਗ ਦੇ ਵਿੱਚ ਤੁਹਾਡੇ ਭਰਾ ਤੇ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ ਨੇ, ਤੁਹਾਨੂੰ ਛੁਡਾਉਣ ਵਾਲਾ ਹੁਣ ਕੋਈ ਨਹੀਂ। ਕਿਉਂਕਿ ਇੰਨੇ ਥੋੜ੍ਹੇ ਸਮੇਂ ਵਿੱਚ ਉਸ ਵੇਲੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਖਬਰ ਨਹੀਂ ਪਹੁੰਚਾਈ ਜਾ ਸਕਦੀ। ਕੀ ਪਤਾ ਜੰਗ ਵਿੱਚ ਕੀ ਹੋਇਆ ਹੈ। ਪਰ ਅਡੋਲ ਨੇ, ਨਿਡਰ ਨੇ, ਡਰੇ ਨਹੀਂ। ਜਿਵੇਂ ਸਵਾਲ ਹੋਏ ਉਵੇਂ ਜਵਾਬ ਦਿੱਤੇ। ਤੇ ਉਸ ਵੇਲੇ ਵਜ਼ੀਰ ਖਾਨ ਨੇ ਬਾਜ਼ਾਰ ਲਵਾ ਦਿੱਤਾ, ਬਾਜ਼ਾਰ ਦੇ ਵਿੱਚੋਂ ਦੀ ਇਹਨਾਂ ਨੂੰ ਲੈ ਕੇ ਜਾਓ।